बच्चों किवें हो तुसीं सारे वधिया हो ना। तो अपना अज का काम शुरू करने तो पहला तुसीं स्कूल का यूट्यूब चैनल है उसनूं की आ सबसक्राइब करना वा जिस राही तुसीं स्कूल दी नवीं नवीं वीडियोज़ नूं देख सकोगे तो अपनी पढ़ाई नूं की आ जारी रख सकोगे। सो स्कूल का यूट्यूब चैनल है उसनूं की आ सबसक्राइब करना वा। ਹੈਲੋ ਬੱਚੋ, ਅੱਜ ਦਾ ਆਪਣਾ ਫਸਟ ਲੈਸਨ ਹੈ ਸਾਧਨ ਕਿਸਮਾਂ ਅਤੇ ਸਾਂਭ ਸੰਭਾਲ। ਇਸ ਲੈਸਨ ਦੇ ਵਿੱਚ ਆਪਾਂ ਸਾਧਨਾਂ ਦੇ ਬਾਰੇ ਪੜ੍ਹਨਾ ਵਾ। ਸਾਧਨ ਕਿਹਨਾਂ ਨੂੰ ਕਹਿੰਦੇ ਹੈ, ਇਹ ਕਿੰਨੀ ਪ੍ਰਕਾਰ ਦੇ ਹਨ, ਤਾਂ ਇਹਨਾਂ ਦੀਆਂ ਕਿਹੜੀਆਂ ਕਿਸਮਾਂ ਹਨ ਅਤੇ ਉਹਨਾਂ ਨੂੰ ਕਿਵੇਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ, ਇਸ ਲੈਸਨ ਦੇ ਵਿੱਚ ਆਪਾਂ ਪੜ੍ਹਾਂਗੇ। ਤਾਂ ਸਾਧਨ ਕੀ ਹਨ? ਮਨੁੱਖ ਆਪਣੇ ਆਲੇ ਦੁਆਲੇ ਦੀਆਂ ਪਰਿਸਥਿਤੀਆਂ ਤੋਂ ਆਪਣੀਆਂ ਲੋੜਾਂ ਦੀ ਪੂਰਤੀ ਕਰਨ ਦਾ ਯਤਨ ਕਰਦਾ। ਇਹਨਾਂ ਪਰਿਸਥਿਤੀਆਂ ਨੂੰ ਅਸੀਂ ਕੀ ਕਿਹਾ? ਸਾਧਨਾਂ ਜਾਂ ਸੋਮਿਆਂ ਦਾ ਨਾਮ ਦਿੱਤਾ ਵਾ। ਇਸ ਲਈ ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਆ, ਸਾਧਨ ਅਖਵਾਉਂਦੇ ਹਨ। ਦੂਜੇ ਸ਼ਬਦਾਂ ਦੇ ਵਿੱਚ ਜੇਕਰ ਸਾਧਨ ਦੇ ਬਾਰੇ ਦੱਸਿਆ ਜਾਵੇ ਤਾਂ ਉਹ ਕੁਦਰਤੀ ਤੋਹਫੇ ਹਨ ਸਾਧਨ, ਜੋ ਮਨੁੱਖ ਲਈ ਕਿਸੇ ਨਾ ਕਿਸੇ ਰੂਪ ਵਿੱਚ ਕੀ ਆ, ਮਹੱਤਵ ਰੱਖਦੇ ਆ। ਤਾਂ ਹੁਣ ਆਪਾਂ ਇਹ ਕਿੰਨੇ ਹਨ ਤਾਂ ਇਹਨਾਂ ਬਾਰੇ ਪੜ੍ਹਨਾ ਹੈ। ਇਹ ਦੋ ਤਰ੍ਹਾਂ ਦੇ ਹਨ, ਕੁਦਰਤੀ ਅਤੇ ਗੈਰ ਕੁਦਰਤੀ। ਕੁਦਰਤੀ ਸਾਧਨ ਕੁਦਰਤ ਦੁਆਰਾ ਆਪਾਂ ਨੂੰ ਪ੍ਰਦਾਨ ਹੁੰਦੇ ਆ, ਜਿਵੇਂ ਜੰਗਲ ਹੋ ਗਏ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਸਮੁੰਦਰ ਆਦਿ। ਇਹ ਆਪਾਂ ਨੂੰ ਕੁਦਰਤ ਪ੍ਰਦਾਨ ਕਰਦੀ ਆ। ਤੇ ਗੈਰ ਕੁਦਰਤੀ ਜੋ ਮਨੁੱਖ ਆਪ ਪੈਦਾ ਕਰਦਾ ਵਾ ਜਾਂ ਮਨੁੱਖ ਦੁਆਰਾ ਪੈਦਾ ਕੀਤੇ ਗਏ ਹੁੰਦੇ ਆ ਸਾਧਨ, ਉਹਨਾਂ ਨੂੰ ਕੀ ਕਹਿੰਦੇ ਆ? ਗੈਰ ਕੁਦਰਤੀ ਸਾਧਨ। ਜਿਵੇਂ ਮਸ਼ੀਨਰੀ ਹੋ ਗਈ, ਆਵਾਜਾਈ ਦੇ ਢਾਂਚੇ ਹੋ ਗਏ, ਬਣਾਵਟੀ ਖਾਦਾਂ ਹੋ ਗਈਆਂ, ਇਹ ਸਾਰੇ ਕੀ ਆ? ਮਨੁੱਖੀ ਸਾਧਨ। ਇਹ ਸਾਧਨ ਭੌਤਿਕ ਤੇ ਅਭੌਤਿਕ ਵੀ ਹੋ ਸਕਦੇ ਆ। ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਮਨੁੱਖੀ ਸਾਧਨ ਕਿਹਾ ਜਾਂਦਾ ਹੈ। ਸਾਧਨ ਇੱਕ ਬਦਲਦੀ ਹੋਈ ਧਾਰਨਾ ਹੈ ਜਿਹੜੀ ਕਿ ਗਿਆਨ ਅਤੇ ਤਕਨੀਕੀ ਵਿਕਾਸ ਦੇ ਅਨੁਸਾਰ ਕੀ ਆ? ਵੱਧਦੀ ਜਾਂ ਸੁੰਗੜਦੀ ਹੈ। ਹੁਣ ਰਾਜੀ ਆਪਾਂ ਸਾਧਨਾਂ ਦੀਆਂ ਕਿਸਮਾਂ ਦੇ ਬਾਰੇ ਪੜ੍ਹਨਾ ਹੈ। ਸਾਧਨਾਂ ਦੀਆਂ 6 ਕਿਸਮਾਂ ਹਨ। ਜੀਵ ਅਤੇ ਨਿਰਜੀਵ ਸਾਧਨ, ਵਿਕਸਿਤ ਤੇ ਸੰਭਾਵਿਤ ਸਾਧਨ, ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ, ਮਿੱਟੀ ਅਤੇ ਭੂਮੀ ਸਾਧਨ, ਸਮੁੰਦਰੀ ਅਤੇ ਖਣਿਜ ਸਾਧਨ, ਮਨੁੱਖੀ ਸਾਧਨ। ਤਾਂ ਨੰਬਰ 1 ਤੇ ਹੈ ਜੀਵ ਅਤੇ ਨਿਰਜੀਵ ਸਾਧਨ। ਜੀਵ ਸਾਧਨ ਉਹ ਮੁੱਢਲੇ ਸਾਧਨ ਹਨ ਜਿਹੜੇ ਕਿ ਜਾਨਦਾਰ ਵਸਤੂਆਂ ਤੋਂ ਉਤਪੰਨ ਹੁੰਦੇ ਆ। ਸੰਸਾਰ ਦੇ ਲਗਭਗ ਕਿੰਨੇ ਪ੍ਰਤੀਸ਼ਤ ਜਿਹੜਾ ਹੈ, 85% ਭੋਜਨ ਪਦਾਰਥ ਇਹਨਾਂ ਵਸਤਾਂ 'ਤੇ ਹੀ ਨਿਰਭਰ ਹੈ। ਜੀਵ ਜੰਤੂ ਅਤੇ ਪੌਦੇ ਜੀਵ ਸਾਧਨ ਅਖਵਾਉਂਦੇ ਆ। ਇਹ ਸਾਧਨ ਸਾਡੇ ਉਦਯੋਗਾਂ ਦੇ ਵਿੱਚ ਕੱਚਾ ਮਾਲ ਪ੍ਰਦਾਨ ਕਰਦੇ ਆ। ਕੋਲਾ ਅਤੇ ਤੇਲ ਪਦਾਰਥ ਵੀ ਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤੇ ਜਾਂਦੇ ਆ। ਕਿਉਂ ਕੀਤੇ ਜਾਂਦੇ ਆ? ਕਿਉਂਕਿ ਇਹ ਜਿਹੜੇ ਕੋਲਾ ਅਤੇ ਤੇਲ ਪਦਾਰਥ ਹੈਗੇ ਆ, ਇਹ ਸਾਨੂੰ ਪੌਦਿਆਂ ਅਤੇ ਜੀਵਾਂ ਤੋਂ ਪ੍ਰਾਪਤ ਹੁੰਦੇ ਆ। ਕੁਦਰਤ ਤੋਂ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ, ਜਿਵੇਂ ਕਿ ਖਣਿਜ ਪਦਾਰਥ, ਸੂਰਜ, ਪਾਣੀ ਆਦਿ ਨਿਰਜੀਵ ਸਾਧਨ ਅਖਵਾਉਂਦੇ ਹਨ। ਖਣਿਜ ਪਦਾਰਥ ਸਾਡੇ ਉਦਯੋਗਾਂ ਦਾ ਕੀ ਆ? ਆਧਾਰ ਹੈ। ਜੇ ਇਹਨਾਂ ਸਾਧਨਾਂ ਦੀ ਵਰਤੋਂ ਅਸੀਂ ਧਿਆਨਪੂਰਵਕ ਨਾ ਕਰਾਂਗੇ ਤਾਂ ਇਹ ਕੀ ਆ? ਛੇਤੀ ਖਤਮ ਹੋ ਸਕਦੇ ਹੈਗੇ ਆ। ਤਾਂ ਅਗਲਾ ਹੈ ਵਿਕਸਿਤ ਅਤੇ ਸੰਭਾਵਿਤ ਸਾਧਨ। ਕੋਈ ਦੇਸ਼ ਕਿੰਨਾ ਕੁ ਅਮੀਰ ਹੈ, ਇਹ ਅੰਦਾਜ਼ਾ ਜਾਂ ਉਸ ਦੇਸ਼ ਦੇ ਵਿੱਚ ਜਿਹੜੇ ਸਾਧਨ ਹੈਗੇ ਆ ਉਹਨਾਂ ਦੀ ਮੌਜੂਦਗੀ ਤੋਂ ਲਗਾਇਆ ਜਾ ਸਕਦਾ ਹੈ। ਇਹ ਸਾਧਨ ਧਰਤੀ ਦੇ ਹੇਠਾਂ ਜਾਂ ਉੱਪਰ ਮੌਜੂਦ ਹੋ ਸਕਦੇ ਆ, ਜਿਵੇਂ ਸੋਨਾ, ਚਾਂਦੀ, ਕੋਲਾ, ਪੈਟਰੋਲੀਅਮ ਧਰਤੀ ਦੇ ਅੰਦਰ ਪਾਏ ਜਾਂਦੇ ਆ, ਜਦਕਿ ਜਿਹੜੇ ਜੰਗਲ ਹੈ, ਪਾਣੀ ਹੈ, ਸੂਰਜੀ ਸ਼ਕਤੀ ਹੈ, ਇਹ ਧਰਤੀ ਦੇ ਕੀ ਆ? ਉੱਪਰ ਮੌਜੂਦ ਹੁੰਦੀ ਆ। ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਲਈ ਵਰਤੇ ਜਾਂਦੇ ਆ ਉਹਨਾਂ ਨੂੰ ਕੀ ਕਹਿੰਦੇ ਆ? ਵਿਕਸਿਤ ਸਾਧਨ ਕਹਿੰਦੇ ਆ। ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਕੋਈ ਵਰਤੋਂ ਨਹੀਂ ਹੁੰਦੀ, ਉਹਨਾਂ ਨੂੰ ਕੀ ਕਹਿੰਦੇ ਆ? ਸੰਭਾਵਿਤ ਸਾਧਨ ਕਹਿੰਦੇ ਆ। ਜਿਵੇਂ ਪਹਾੜਾਂ ਤੋਂ ਉਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਇੱਕ ਸੰਭਾਵਿਤ ਸਾਧਨ ਆ, ਮਤਲਬ ਕਿ ਉਹਨਾਂ ਤੋਂ ਕੰਮ ਲਿਆ ਜਾ ਸਕਦਾ। ਪਰ ਜਦੋਂ ਨਦੀਆਂ ਦੇ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਆ ਤਾਂ ਉਹ ਕੀ ਬਣ ਜਾਂਦੀ ਹੈ? ਵਿਕਸਿਤ ਸਾਧਨ ਅਖਵਾਉਂਦੇ ਆ। ਧਰਤੀ ਦੇ ਹੇਠਾਂ ਦੱਬਿਆ ਹੋਇਆ ਕੋਲਾ ਇੱਕ ਸੰਭਾਵਿਤ ਸਾਧਨ ਹੈ, ਪਰ ਜਦੋਂ ਉਹ ਕੋਲਾ ਵਰਤ ਲਿਆ ਜਾਂਦਾ ਹੈ ਤਾਂ ਉਹ ਕੀ ਬਣ ਜਾਂਦਾ ਹੈ? ਵਿਕਸਿਤ ਸਾਧਨ। ਇਸੇ ਤਰ੍ਹਾਂ ਤੀਸਰਾ ਹੈ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਮੁੱਕਣਯੋਗ ਸਾਧਨ ਉਹ ਹੁੰਦੇ ਆ ਜਿਹੜੇ ਛੇਤੀ ਖਤਮ ਹੋ ਜਾਂਦੇ ਆ, ਜਿਵੇਂ
ਕੋਲਾ ਹੋ ਗਿਆ, ਪੈਟਰੋਲੀਅਮ ਹੋ ਗਿਆ, ਤਾਂ ਕੋਈ ਸਮਾਂ ਇਸ ਤਰ੍ਹਾਂ ਦਾ ਆਵੇਗਾ ਜਦੋਂ ਇਹ ਜਿਹੜੇ ਪਦਾਰਥ ਹੈਗੇ ਸਾਡੇ ਕੋਲ ਨਹੀਂ ਹੋਣਗੇ। ਇਸ ਲਈ ਕੀ ਹੈ ਕਿ ਇਹਨਾਂ ਮੁੱਕਣਯੋਗ ਜਿਹੜੇ ਸਾਧਨ ਹੈਗੇ ਇਹਨਾਂ ਦੀ ਵਰਤੋਂ ਸਾਨੂੰ ਬੜੀ ਹੀ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ। ਨਾ ਮੁੱਕਣਯੋਗ ਸਾਧਨ ਉਹ ਸਾਧਨ ਹੈਗੇ ਆ ਜਿਨ੍ਹਾਂ ਦੀ ਵਰਤੋਂ ਆਪਾਂ ਕਰੀ ਤਾਂ ਜਾਂਦੇ ਹਾਂ ਪਰ ਉਹ ਕਦੇ ਖਤਮ ਨਹੀਂ ਹੁੰਦੇ। ਜਿਵੇਂ ਸੂਰਜ ਦੀ ਰੋਸ਼ਨੀ ਦੀ ਵਰਤੋਂ ਅਸੀਂ ਹਰ ਰੋਜ਼ ਕਰਦੇ ਹਾਂ ਪਰ ਇਹ ਕਦੇ ਖਤਮ ਨਹੀਂ ਹੋ ਸਕਦੀ। ਉਸੇ ਤਰ੍ਹਾਂ ਹਵਾ, ਪਾਣੀ ਅਤੇ ਜੰਗਲ ਜਿਨ੍ਹਾਂ ਨੂੰ ਅਸੀਂ ਵਰਤ ਤਾਂ ਰਹੇ ਹਾਂ ਪਰੰਤੂ ਖਤਮ ਨਹੀਂ ਹੋ ਰਹੇ ਜਾਂ ਹੋਰ ਪੈਦਾ ਹੋ ਰਹੇ ਆ, ਤਾਂ ਇਹ ਸਾਧਨ ਲਗਾਤਾਰ ਜਾਂ ਨਿਰੰਤਰ ਆਪਾਂ ਨੂੰ ਕੀ ਆ ਉਪਲਬਧ ਹੋ ਰਹੇ ਆ, ਤਾਂ ਇਹ ਕੀ ਆ ਨਾ ਮੁੱਕਣਯੋਗ ਸਾਧਨ। ਨੈਕਸਟ ਹੈ ਆਪਣਾ 4th ਹੈ ਮਿੱਟੀ ਅਤੇ ਭੂਮੀ ਸਾਧਨ। ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ ਜਿਹੜੀ ਮੂਲ ਚਟਾਨ ਦੇ ਟੁੱਟਣ ਭੱਜਣ, ਜਲਵਾਯੂ, ਜੀਵਾਂ ਅਤੇ ਰੁੱਖ ਬੂਟਿਆਂ ਦੇ ਗਲਣ ਸੜਨ ਆਦਿ ਤੱਤਾਂ ਦੇ ਅਸਰ ਕਾਰਨ ਕੀ ਆ ਬਣਦੀ ਆ। ਮਿੱਟੀ ਮਨੁੱਖ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਮੰਨਿਆ ਗਿਆ। ਇਹ ਪੌਦਿਆਂ ਅਤੇ ਫਸਲਾਂ ਦੇ ਉੱਗਣ ਵਿੱਚ ਕੀ ਕਰਦੀ ਹੈ, ਅਹਿਮ ਰੋਲ ਅਦਾ ਕਰਦੀ ਆ। ਮਿੱਟੀ ਦੀਆਂ 6 ਕਿਸਮਾਂ ਹਨ: ਰੇਤੀਲੀ ਮਿੱਟੀ, ਚੀਕਨੀ ਮਿੱਟੀ, ਦੋਮਟ ਮਿੱਟੀ, ਜਲੋੜ ਮਿੱਟੀ, ਪਰਬਤੀ ਮਿੱਟੀ, ਲਾਲ ਮਿੱਟੀ, ਕਾਲੀ ਮਿੱਟੀ ਆਦਿ। ਫਸਲਾਂ ਉਗਾਉਣ ਵਾਸਤੇ ਮਨੁੱਖ ਉਪਜਾਊ ਮਿੱਟੀ ਨੂੰ ਕੀ ਆ ਤਰਜੀਹ ਦਿੰਦਾ ਹੈ। ਅੱਗੇ ਹੈ ਭੂਮੀ ਦਾ ਕੀ ਅਰਥ ਹੈ, ਇਸ ਬਾਰੇ ਪੜ੍ਹਨਾ ਹੈ। ਤਾਂ ਭੂਮੀ ਦਾ ਅਰਥ ਹੈ ਜ਼ਮੀਨ ਜਿਸ 'ਤੇ ਮਨੁੱਖ ਆਪਣੀਆਂ ਆਰਥਿਕ ਜਾਂ ਹੋਰ ਗਤੀਵਿਧੀਆਂ ਕਰਦਾ ਵਾ। ਮਨੁੱਖ ਬਹੁਤ ਲੰਬੇ ਸਮੇਂ ਤੋਂ ਭੂਮੀ ਸਾਧਨ ਦੀ ਵਰਤੋਂ ਕਰਦਾ ਆ ਰਿਹਾ ਹੈ। ਭੂਮੀ ਸਾਧਨ ਦੀ ਵਰਤੋਂ ਮਨੁੱਖ ਦੁਆਰਾ ਖੇਤੀਬਾੜੀ ਕਰਨ, ਉਦਯੋਗ ਲਗਾਉਣ, ਆਵਾਜਾਈ ਦੇ ਸਾਧਨ ਵਿਕਸਿਤ ਕਰਨ, ਖੇਡਾਂ ਖੇਡਣ, ਸੈਰ ਸਪਾਟੇ ਆਦਿ ਕੰਮ ਕਰਨ ਲਈ ਕੀਤੀ ਜਾਂਦੀ ਹੈ। ਨੈਕਸਟ ਜੀ ਆਪਣਾ ਹੈ 5th ਪੁਆਇੰਟ ਸਮੁੰਦਰੀ ਅਤੇ ਖਣਿਜ ਸਾਧਨ। ਪਾਣੀ ਮਨੁੱਖ ਵਾਸਤੇ ਬਹੁਤ ਹੀ ਵਡਮੁੱਲਾ ਅਤੇ ਮਹੱਤਵਪੂਰਨ ਸਾਧਨ ਹੈਗਾ ਵਾ। ਧਰਤੀ ਦਾ ਲਗਭਗ 71% ਜਿਹੜਾ ਹਿੱਸਾ ਹੈ ਉਹ ਕੀ ਆ ਪਾਣੀ ਦਾ ਹੈ। ਪਾਣੀ ਦੇ ਵੱਡੇ ਵੱਡੇ ਭੰਡਾਰਾਂ ਨੂੰ ਸਾਗਰਾਂ ਅਤੇ ਸਮੁੰਦਰਾਂ ਦਾ ਨਾਂ ਦਿੱਤਾ ਹੈ। ਧਰਤੀ ਦੇ ਜਿਹੜੇ 75% ਜੀਵ ਹੈਗੇ ਆ ਕੀ ਆ ਸਮੁੰਦਰ ਤੋਂ ਉਤਪੰਨ ਹੋਏ ਆ। ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਘੋਗੇ, ਸਿੱਪੀਆਂ, ਹੀਰੇ ਜਵਾਹਰਾਤ ਆਦਿ ਦਿੰਦਾ ਹੈ। ਕਈ ਥਾਵਾਂ 'ਤੇ ਸਮੁੰਦਰੀ ਤੱਟਾਂ ਤੋਂ ਪੈਟਰੋਲੀਅਮ ਪਦਾਰਥ ਵੀ ਮਿਲਦੇ ਆ। ਮੱਛੀਆਂ ਸੰਸਾਰ ਦੀ ਬਹੁਤ ਵੱਡੀ ਜਨਸੰਖਿਆ ਨੂੰ ਕੀ ਆ ਖੁਰਾਕ ਦਿੰਦੀਆਂ ਵਾ। ਤਾਂ ਅੱਗੇ ਹੈ ਖਣਿਜ ਸਾਧਨ। ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥ ਹਨ। ਇਹ ਬੁਨਿਆਦੀ ਤੌਰ 'ਤੇ 2 ਤਰ੍ਹਾਂ ਦੇ ਹੁੰਦੇ ਆ। ਇੱਕ ਹੈਗੇ ਧਾਤੂ ਖਣਿਜ ਪਦਾਰਥ ਅਤੇ ਦੂਸਰੇ ਹੈਗੇ ਆ ਅਧਾਤੂ ਖਣਿਜ ਪਦਾਰਥ। ਜੋ ਧਾਤੂ ਖਣਿਜ ਪਦਾਰਥ ਹਨ ਪਦਾਰਥਾਂ ਵਿੱਚ ਲੋਹਾ, ਤਾਂਬਾ, ਚਾਂਦੀ, ਸੋਨਾ, ਐਲੂਮੀਨੀਅਮ ਆਦਿ ਖਣਿਜ ਸ਼ਾਮਿਲ ਕੀਤੇ ਗਏ ਹੈ। ਅਧਾਤੂ ਖਣਿਜ ਪਦਾਰਥਾਂ ਵਿੱਚ ਪੈਟਰੋਲੀਅਮ, ਕੋਲਾ, ਅਬਰਕ, ਮੈਗਨੀਜ਼ ਆਦਿ ਪ੍ਰਮੁੱਖ ਹਨ। ਖਣਿਜ ਸਾਧਨ ਅਲੱਗ-ਅਲੱਗ ਪ੍ਰਕਾਰ ਦੀਆਂ ਚਟਾਨਾਂ ਤੋਂ ਕੀ ਆ ਪ੍ਰਾਪਤ ਕੀਤੇ ਜਾਂਦੇ ਹਨ। ਨੈਕਸਟ ਆਪਣਾ ਹੈ ਮਨੁੱਖੀ ਸਾਧਨ। ਕੁਦਰਤ ਦੁਆਰਾ ਪੈਦਾ ਕੀਤੇ ਗਏ ਸਾਰੇ ਜੀਵਾਂ ਵਿੱਚੋਂ ਮਨੁੱਖ ਕੀ ਹੈਗਾ ਵਾ ਮਨੁੱਖ ਨੂੰ ਸਰਵੋਤਮ ਪ੍ਰਾਣੀ ਦਾ ਖਿਤਾਬ ਪ੍ਰਾਪਤ ਆ। ਆਪਣੀ ਬੁੱਧੀ, ਕੰਮ ਕਰਨ ਦੀ ਸ਼ਕਤੀ ਮਨੁੱਖ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕੀ ਆ ਸਾਧਨ ਹੈ। ਹੋਰ ਸਾਰੇ ਸਾਧਨਾਂ ਦੀ ਵਰਤੋਂ ਵਿੱਚ ਮਨੁੱਖ ਦੀ ਯੋਗਤਾ ਦਾ ਵਡਮੁੱਲਾ ਯੋਗਦਾਨ ਹੈ। ਕਿਸੇ ਵੀ ਇਲਾਕੇ ਦੇ ਵਿਕਾਸ ਵਿੱਚੋਂ ਮਨੁੱਖੀ ਸਾਧਨਾਂ ਦੇ ਵਿਕਾਸ ਦੀ ਝਲਕ ਕੀ ਆ ਮਹਿਸੂਸ ਕੀਤੀ ਜਾ ਸਕਦੀ ਆ। ਜਿਵੇਂ ਜਾਪਾਨ ਦੇਸ਼ ਕੀ ਆ ਇੱਕ ਬਹੁਤ ਵੱਡੀ ਉਦਾਹਰਨ ਆ ਜਿੱਥੇ ਬਾਕੀ ਸਾਧਨਾਂ ਦੀ ਬਹੁਤ ਘਾਟ ਹੈਗੀ ਆ ਜਾਂ ਅਣਹੋਂਦ ਹੁੰਦਿਆਂ ਹੋਇਆਂ ਵੀ ਇਹ ਦੇਸ਼ ਨੇ ਕੀ ਆ ਬਹੁਤ ਤਰੱਕੀ ਕੀਤੀ ਆ। ਬਾਕੀ ਸਾਰੇ ਸਾਧਨਾਂ ਦਾ ਵਿਕਾਸ ਅਧੂਰਾ ਹੀ ਰਹੇਗਾ ਜਦ ਤੱਕ ਮਨੁੱਖੀ ਸਾਧਨ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ। ਸਾਧਨਾਂ ਦੇ ਵਿਕਾਸ ਲਈ ਮਨੁੱਖ ਦੇ ਗੁਣ, ਸਮਰੱਥਾ, ਵਿਦਿਅਕ ਅਤੇ ਤਕਨੀਕੀ ਯੋਗਤਾ ਮਹੱਤਵਪੂਰਨ ਰੋਲ ਅਦਾ ਕਰਦੀ ਆ। ਸੰਸਾਰ ਦੇ ਸਾਰੇ ਦੇਸ਼ ਆਪਣੇ ਮਨੁੱਖੀ ਸਾਧਨਾਂ ਦੇ ਸਹੀ ਵਿਕਾਸ ਵਿੱਚ ਕੀ ਆ ਜੁਟੇ ਹੋਏ ਆ ਅਤੇ ਹੋਰ ਸਾਧਨਾਂ ਦਾ ਉਚਿਤ ਵਿਕਾਸ ਕਰ ਸਕਣ ਤਾਂ ਜੋ ਕਿ ਹੋਰ ਸਾਧਨਾਂ ਦਾ ਕੀ ਆ ਉਚਿਤ ਵਿਕਾਸ ਕਰ ਸਕਣ। ਤਾਂ ਹੁਣ ਆਪਾਂ ਇਹ 6 ਪੁਆਇੰਟ ਪੜ੍ਹ ਚੁੱਕੇ ਹਾਂ। ਤਾਂ ਹੁਣ ਆਪਾਂ ਸਾਂਭ ਸੰਭਾਲ ਦੇ ਬਾਰੇ ਪੜ੍ਹਨਾ ਵਾ ਕਿ ਇਹਨਾਂ ਸਾਧਨਾਂ ਨੂੰ ਆਪਾਂ ਕਿਵੇਂ ਸਾਂਭ ਸਕਦੇ ਹੈਗੇ ਆ। ਤਾਂ ਸਾਧਨਾਂ ਦੀ ਸਾਂਭ ਸੰਭਾਲ ਦੇ ਵਿੱਚ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਕੀ ਆ ਦੇਣ ਹੈਗੇ ਆ। ਇਹ ਮਨੁੱਖ ਇਹਨਾਂ ਸਾਧਨਾਂ ਨੂੰ ਆਪਣੇ ਵਿਕਾਸ ਵਾਸਤੇ ਤਾਂ ਵਰਤਦਾ ਹੈ। ਵਿਕਾਸ ਦੇ ਰਾਹ ਅਤੇ ਹੋਰ ਦੇਸ਼ਾਂ ਨਾਲ ਮੁਕਾਬਲੇ 'ਤੇ ਤੁਰਿਆ ਹੋਇਆ ਮਨੁੱਖ ਲਗਾਤਾਰ ਬਿਨਾਂ ਸੋਚੇ ਸਮਝੇ ਇਹਨਾਂ ਸਾਧਨਾਂ ਨੂੰ ਕੀ ਆ ਖਤਮ ਕਰ ਰਿਹਾ ਵਾ। ਉਹ ਇਹ ਨਹੀਂ ਜਾਣਦਾ ਕਿ ਜਿਹੜੇ ਇਹ ਸਾਧਨ ਹੈਗੇ ਆ ਅਜਿਹੇ ਹੈਗੇ ਜਿਨ੍ਹਾਂ ਦਾ ਭੰਡਾਰ ਨਿਸ਼ਚਿਤ ਹੈਗਾ ਵਾ।
ਜਿਹੜਾ ਇੱਕ ਵਾਰ ਖਤਮ ਹੋ ਗਿਆ ਆਪਾਂ ਨੂੰ ਸ਼ਾਇਦ ਹੀ ਉਹ ਪ੍ਰਾਪਤ ਹੋ ਸਕੇ। ਜਿਸ ਤਰ੍ਹਾਂ ਨਾ ਨਵਿਆਉਣਯੋਗ ਸਾਧਨ ਕੋਲਾ, ਪੈਟਰੋਲੀਅਮ ਪਦਾਰਥ ਇੱਕ ਵਾਰੀ ਜੇ ਖਤਮ ਹੋ ਗਏ ਤਾਂ ਇਹ ਆਪਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਹੋਣੇ। ਇਸ ਕਰਕੇ ਇਹਨਾਂ ਸਾਧਨਾਂ ਨੂੰ ਸੰਭਾਲਣ ਦੀ ਲੋੜ ਹੈ। ਸਾਧਨ ਅਤੇ ਇਹਨਾਂ ਦੀ ਸਾਂਭ ਸੰਭਾਲ ਦਾ ਆਪਸ ਵਿੱਚ ਕੀ ਆ, ਬਹੁਤ ਡੂੰਘਾ ਸੰਬੰਧ ਹੈ। ਸਾਧਨਾਂ ਦੀ ਸਾਂਭ ਸੰਭਾਲ ਤੋਂ ਭਾਵ ਇਹਨਾਂ ਦੀ ਪੂਰੀ ਵਰਤੋਂ ਤੋਂ ਹੈ, ਜਿਸ ਵਿੱਚ ਇਹਨਾਂ ਦਾ ਦੁਰਉਪਯੋਗ ਜਾਂ ਜ਼ਰੂਰਤ ਤੋਂ ਬਿਨਾਂ ਤਬਾਹੀ ਨਾ ਹੋਵੇ। ਦੂਜੇ ਸ਼ਬਦਾਂ ਵਿੱਚ ਇਹਨਾਂ ਦਾ ਉਪਯੋਗ ਸਹੀ ਵਿਕਾਸ ਅਤੇ ਲੰਬੇ ਸਮੇਂ ਵਾਸਤੇ ਹੋ ਸਕੇ, ਤਾਂ ਜੋ ਕਿ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਹੈਗੀਆਂ ਉਹ ਵੀ ਇਹਨਾਂ ਦਾ ਆਨੰਦ ਮਾਣ ਸਕਣ। ਸਾਂਭ ਸੰਭਾਲ ਤਾਂ ਹਰ ਕਿਸਮ ਦੇ ਸਾਧਨਾਂ ਦੇ ਲਈ ਜ਼ਰੂਰੀ ਹੈ, ਪਰੰਤੂ ਜਿਹੜੇ ਸਾਧਨ ਜਿਵੇਂ ਕਿ ਖਣਿਜ ਪਦਾਰਥ ਹੋ ਗਏ ਦੁਬਾਰਾ ਆਪਾਂ ਨੂੰ ਮਿਲਣਯੋਗ ਨਹੀਂ ਹੈਗੇ, ਉਹ ਵਸਤਾਂ ਕੀ ਆ, ਅਤੀ ਜ਼ਰੂਰੀ ਅਤੇ ਲੋੜੀਂਦੀਆਂ ਹੁੰਦੀਆਂ। ਇੱਕ ਅਨੁਮਾਨ ਦੇ ਅਨੁਸਾਰ ਜੇਕਰ ਪਥਰਾਟ ਬਾਲਣ ਜਿਵੇਂ ਕੋਲਾ ਹੋ ਗਿਆ, ਪੈਟਰੋਲੀਅਮ ਹੋ ਗਿਆ, ਇਸੇ ਗਤੀ ਨਾਲ ਆਪਾਂ ਇਹਨਾਂ ਦੀ ਵਰਤੋਂ ਕਰਦੇ ਰਹੇ ਤਾਂ ਲਗਭਗ 80% ਜਿਹੜਾ ਪਥਰਾਟ ਬਾਲਣ ਹੈਗਾ ਵਾ ਉਹ ਇੱਕ ਸਦੀ ਦੇ ਵਿੱਚ ਕੀ ਆ, ਖਤਮ ਹੋ